ਜਰਮਨ ਲਾਇਸੈਂਸ ਥਿਓਰੀ ਇਨ ਪੰਜਾਬੀ ਭਾਗ 10ਵਾਂ। ਅੱਜ ਦਾ ਪਹਿਲਾ ਸਵਾਲ ਹੈ ਜੀ, bei welcher Drogen kann schon einmalige Konsum zu vorübergehender Fahruntüchtigkeit führen? ਕਹਿਣ ਦਾ ਮਤਲਬ ਹੈ ਕਿ ਕਿਹੜੇ ਡਰੱਗਸ ਜਾਂ ਕਿਹੜੇ ਨਸ਼ੇ ਨੇ ਜਿਨ੍ਹਾਂ ਦੇ ਸਿਰਫ ਆਪਾਂ ਇੱਕ ਵਾਰੀ ਹੀ ਲਈਏ ਬੇਸ਼ੱਕ ਹਨਾ, ਤੇ ਸਾਡਾ ਜਿਹੜਾ ਆ ਸਾਡੀ ਡਰਾਈਵਿੰਗ ਦੇ ਉੱਪਰ ਫਰਕ ਪੈ ਜਾਏਗਾ, ਸਾਡੀ ਕਨਸੈਂਟਰੇਸ਼ਨ ਤੇ ਨਾਰਮਲੀ ਫਰਕ ਪੈ ਜਾਏਗਾ। ਜਦੋਂ ਆਪਾਂ ਕੋਈ ਵੀ ਨਸ਼ਾ ਕਰਦੇ ਹਾਂ ਤੇ ਉਸ ਹਮੇਸ਼ਾ ਸਾਡੇ ਮਾਈਂਡ ਤੇ ਅਟੈਕ ਕਰਦਾ ਆ ਹਨਾ, ਸਾਨੂੰ ਹੱਲਾਸ਼ੇਰੀ ਮਿਲਣ ਲੱਗ ਪੈਂਦੀ ਕੋਈ ਵੀ ਨਸ਼ਾ ਕਰਕੇ, ਹੌਸਲਾ ਵੱਡਾ ਹੋ ਜਾਂਦਾ ਆ, ਉਹਦੇ ਨਾਲ ਫਿਰ ਸਾਡੇ ਕੋਲ ਗਲਤੀ ਹੋ ਜਾਂਦੀ ਹੈ। ਤੇ ਨਾਰਮਲੀ ਗੱਲ ਹੈ ਕਿ ਜਿਹੜਾ ਆ Fahruntüchtigkeit ਜਿਹੜੀ ਆ, ਜਿਹੜੇ ਕਿ ਆਪਾਂ ਸਾਡੀ ਡਰਾਈਵਿੰਗ ਦੇ ਉੱਪਰ ਜਿਹੜਾ ਆ ਉਹ ਫਰਕ ਪਏਗਾ। ਤੇ ਉਹ ਕਿਹੜੇ ਨਸ਼ੇ ਨੇ, ਤੇ ਉਹਦੇ ਵਿੱਚ ਫਿਰ ਸਾਰੇ ਨਸ਼ੇ ਹੋਣਗੇ। ਇਹਦਾ ਪਹਿਲਾ ਆਨਸਰ ਲਿਖਿਆ ਹੋਇਆ ਹੈ ਹੈਰੋਇਨ, ਕੋਕਾਈਨ, ਐਂਫੈਟਾਮੀਨ। ਸੈਕਿੰਡ ਆਨਸਰ ਲਿਖਿਆ LSD, ਇੱਕ ਸਿੰਥੈਟਿਕ ਨਸ਼ਾ ਹੁੰਦਾ ਆ। ਤੇ ਥਰਡ ਹੈਗਾ ਆ ਹਾਸ਼ਿਸ਼ੁਨ ਤੇ ਆਪਣਾ ਮਾਰੀਵਾਨਾ। ਕੋਈ ਵੀ ਨਸ਼ਾ ਆਪਾਂ ਇਹਨਾਂ ਚੋਂ ਲੈ ਲਾਂਗੇ ਤੇ ਇਹ ਜੇ ਸਿਰਫ ਪਹਿਲੀ ਵਾਰ ਹੀ ਬੇਸ਼ੱਕ ਨਸ਼ਾ ਕੀਤਾ ਹੋਵੇ ਆਪਾਂ ਦਾ, ਸਾਡੇ ਇਹ ਮਾਈਂਡ ਤੇ ਅਟੈਕ ਕਰਦਾ ਆ ਤੇ ਸਾਨੂੰ ਜਿਹੜਾ ਆ ਸਾਡਾ ਹੌਸਲਾ ਵੱਡਾ ਹੋ ਜਾਂਦਾ ਆ ਤੇ ਸਾਨੂੰ ਦਲੇਰੀ ਮਿਲ ਜਾਂਦੀ ਆ ਤੇ ਬੰਦਾ ਹੌਸਲੇ ਦੇ ਵਿੱਚ ਜਿਹੜਾ ਆ ਗਲਤੀ ਜਿਹੜੀ ਆ ਇਗਨੋਰ ਕਰ ਦਿੰਦਾ ਤੇ ਜਿਹੜਾ ਡਰਾਈਵਿੰਗ ਦੇ ਉੱਪਰ ਫਰਕ ਪੈ ਜਾਂਦਾ ਹੈ। ਤੇ ਸਾਰੇ ਹੋਣਗੇ। ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਸਾਡੇ ਕੋਲ ਪੁੱਛਿਆ ਗਿਆ ਤੇ ਇਹਦੇ 'ਚ ਲਿਖਿਆ Wann ist eine Drogenabhängiger zum Führen von Kraftfahrzeugen wieder geeignet? ਜਿਹੜਾ ਨਸ਼ੇ ਕਰਦਾ ਹੈ ਇਨਸਾਨ, ਜੇ ਉਹਦੇ ਕੋਲ ਲਾਇਸੈਂਸ ਇੱਕ ਵਾਰੀ ਖੋਹ ਲਿਆ ਹੋਵੇ ਤੇ ਉਹ ਦੁਬਾਰਾ ਕਦੋਂ ਫੇਰ ਗੱਡੀ ਚਲਾ ਸਕਦਾ ਆ, ਕਦੋਂ ਨਾਰਮਲ ਫੇਰ ਦੁਬਾਰਾ ਤੋਂ ਗੱਡੀ ਚਲਾ ਸਕਦਾ ਹੈ? ਜਿਹਦੇ ਕੋਲ ਇੱਕ ਵਾਰੀ ਲਾਇਸੈਂਸ ਖੋਹ ਲਿਆ ਹੋਵੇ ਉਹਦੀਆਂ ਗਲਤੀਆਂ ਕਰਕੇ, ਉਹਦੇ ਮਾੜੇ ਬਿਹੇਵੀਅਰ ਕਰਕੇ, ਉਹਦੇ ਨਸ਼ਿਆਂ ਕਰਕੇ। ਤੇ ਇਹਦਾ ਪਹਿਲਾ ਆਨਸਰ ਲਿਖਿਆ ਹੈ Wenn er seit 6 Monaten keine Rauschgift genommen hat। Rauschgift ਹੁੰਦਾ ਆ ਜਿਹੜਾ ਕਿ ਦਿਮਾਗ ਨੂੰ ਚੜ ਜਾਂਦਾ ਹੈ ਨਸ਼ਾ, ਉਹ ਗਿਫਟ ਹੀ ਹੁੰਦਾ ਹੈ, ਜ਼ਹਿਰ ਹੀ ਹੁੰਦਾ ਹੈ Rauschgift। ਸ਼ਰਾਬ ਵੀ ਇਹਦੇ ਵਿੱਚੋਂ ਇੱਕ ਆ। ਤੇ ਪਰ ਇਸ ਟਾਈਮ ਗੱਲ ਨਸ਼ਿਆਂ ਦੀ ਚੱਲ ਰਹੀ ਆ, ਡਰੱਗਸ ਦੀ ਚੱਲ ਰਹੀ ਆ। ਤੇ ਪਹਿਲਾ ਆਨਸਰ ਲਿਖਿਆ ਕਿ ਜੇ ਉਹਨੇ 6 ਮਹੀਨੇ ਤੋਂ, ਪਿਛਲੇ 6 ਮਹੀਨਿਆਂ ਤੋਂ ਕੋਈ ਨਸ਼ਾ ਨਹੀਂ ਲਿਆ ਤੇ ਉਹ ਦੁਬਾਰਾ ਗੱਡੀ ਜਿਹੜਾ ਆ ਚਲਾ ਸਕਦਾ ਨਾਰਮਲ, ਇਹ ਨਹੀਂ ਹੋਏਗਾ ਸਹੀ। ਤੇ ਦੂਜਾ ਆਨਸਰ ਲਿਖਿਆ ਇਹਦਾ Erst wenn er mindestens ein Jahr lang nachweisbare drogenfrei ist und zu erwarten ist, dass er nicht rückfällig wird। ਤੇ ਇਹ ਬਿਲਕੁਲ ਸਹੀ ਹੋਏਗਾ ਕਿ ਘੱਟੋ ਘੱਟ 1 ਸਾਲ ਜੇ ਉਹਨੇ ਮਤਲਬ ਨਸ਼ਾ ਨਹੀਂ ਕੀਤਾ ਤੇ ਉਹ ਮਤਲਬ ਉਹਦਾ ਪ੍ਰੂਫ ਉਹਦੇ ਕੋਲ ਹੈਗਾ ਆ, ਤੇ ਡਾਕਟਰ ਵੀ ਉਹਨੂੰ ਮਤਲਬ ਕਨਫਰਮੇਸ਼ਨ ਦਿੰਦਾ ਹੈ ਕਿ ਇਹਨੇ ਹੁਣ ਨਸ਼ਾ ਨਹੀਂ ਕੀਤਾ। ਉਹਦਾ ਜਿਹੜਾ ਪ੍ਰੋਬੇ ਲਿੱਤੇ ਜਾਂਦੇ ਆ ਉਹਦੇ ਵਾਲਾਂ ਤੋਂ ਲਿੱਤੇ ਜਾਂਦੇ। ਜਿਹੜਾ ਬੰਦਾ ਨਸ਼ੇ ਦਾ ਆਦੀ ਹੁੰਦਾ ਆ ਉਹਦਾ ਫਿਰ ਚੈੱਕਅਪ ਹੁੰਦਾ ਆ, MPU ਕਰਨਾ ਪੈਂਦਾ ਆ ਉਹਨੂੰ, ਤੇ ਉਹਦੇ ਵਾਲਾਂ ਨੂੰ ਲੈ ਕੇ, ਸਿਰ ਦੇ ਵਾਲਾਂ ਨੂੰ ਲੈ ਕੇ ਉਹ ਚੈੱਕਅਪ ਕਰਦੇ ਆ ਤੇ ਬਹੁਤ ਬਰੀਕੀ ਦੇ ਵਿੱਚ ਚੈੱਕਅਪ ਕਰਦੇ ਆ ਕਿ ਇਹਨੇ ਲਾਸਟ ਪੂਰੇ ਸਾਲ ਦੇ ਵਿੱਚ ਕਦੋਂ ਦਾ ਇਹਨੇ ਨਸ਼ਾ ਨਹੀਂ ਲਿੱਤਾ, ਤੇ ਉਹ ਕਨਫਰਮੇਸ਼ਨ ਹੋਵੇ। ਤੇ ਨਾਲ ਫਿਰ ਇੱਕ MPU ਟੈਸਟ ਹੁੰਦਾ ਆ, ਉਹਦੇ ਟੈਸਟ ਵਿੱਚ ਉਹਦੇ ਕੋਲ ਪੁੱਛਿਆ ਜਾਂਦਾ ਹੈ ਕਿ ਕਿਹੜੀਆਂ ਵਜ੍ਹਾ ਸੀ, ਕਿਉਂ ਤੂੰ ਨਸ਼ਾ ਕਰਦਾ ਸੀ, ਸਾਰਾ ਕੁਝ ਇੱਕ ਜਿੱਦਾਂ ਦਾ ਇੱਕ ਟੈਸਟ ਹੁੰਦਾ ਆ। ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਇੱਕ ਦੁਬਾਰਾ ਵੀਡੀਓ ਬਣਾਵਾਂਗੇ MPU ਦੇ ਉੱਤੇ। ਤੇ ਉਹ ਜੇ ਉਹਨੇ ਪਾਸ ਕੀਤਾ ਹੋਇਆ ਤੇ ਮਤਲਬ ਕਿ ਭਰੋਸਾ ਦਿਵਾਵੇ ਕਿ ਮੈਂ ਦੁਬਾਰਾ ਨਸ਼ਿਆਂ ਤੇ ਨਹੀਂ ਲੱਗਾਂਗਾ, ਫੇਰ ਜਾ ਕੇ ਉਹ ਗੱਡੀ ਚਲਾ ਸਕਦਾ ਹੈ। ਤੇ ਤੀਜਾ ਆਨਸਰ ਲਿਖਿਆ ਦਾ Wenn er seit 1 Monaten keine Rauschgift genommen hat। ਜੇ 6 ਮਹੀਨੇ ਨਹੀਂ ਹੈਗਾ ਤੇ ਫਿਰ 1 ਮਹੀਨਾ ਤੇ ਹੋਣਾ ਹੀ ਨਹੀਂ ਨਾ, ਤੇ ਚਲੋ ਇਹ ਵੀ ਨਹੀਂ ਹੈਗਾ। ਅੱਗੇ ਚੱਲੇ। Wie wird der berauschende Wirkstoff von Haschisch im Körper abgebaut? Rauschgift berauschend ਮਤਲਬ ਕਿ ਉਹੀ ਚੜਨ ਵਾਲਾ ਨਸ਼ਾ ਹਨਾ, ਮਤਲਬ ਚੜਨ ਵਾਲਾ ਨਸ਼ਾ ਜਿਹੜਾ ਆ ਕੋਈ ਵੀ, ਜਿੱਦਾਂ ਹਾਸ਼ਿਸ਼ ਹੈ ਦੀ, ਇਸ ਟਾਈਮ ਹਾਸ਼ਿਸ਼ ਦੀ ਗੱਲ ਕੀਤੀ ਆ, ਉਹ ਕਿਵੇਂ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਆ ਹੌਲੀ ਹੌਲੀ ਘਟਦਾ ਆ ਜਾਂ ਮਤਲਬ ਖਤਮ ਹੁੰਦਾ ਆ। ਥੱਲੇ ਲਿਖਿਆ ungleichmäßig zeitlich nicht absetzbar। ਸਹੀ ਆ ਜੀ, ਮਤਲਬ ਇਹਦਾ ਹਾਸ਼ਿਸ਼ ਦਾ ਕੋਈ ਪਤਾ ਨਹੀਂ ਹੈ। ਕਿਸੇ ਬੰਦੇ ਨੂੰ 6 ਘੰਟੇ ਬਾਅਦ ਉਹਦਾ ਨਸ਼ਾ ਲੈ ਸਕਦਾ, ਕਿਸੇ ਨੂੰ 1 ਘੰਟੇ ਬਾਅਦ ਲੈ ਸਕਦਾ। ਠੀਕ ਹੈ ਜੀ। gleichmäßig 0,1 promille je Stunde, ਇਹ ਵੀ ਨਹੀਂ ਹੋ ਸਕਦਾ ਜਦੋਂ ਆਪਾਂ ਉੱਪਰ ਗਾਮੀ ਨਿਬੇੜ ਛੱਡਿਆ ਕਿ ਹਰ ਬੰਦੇ ਦਾ ਆਪਣਾ ਆਪਣਾ ਆ। gleichmäßig 0,1 Gramm je Stunde, ਤੇ ਜਦੋਂ ਆਪਾਂ ਉੱਪਰ ਕਹਿ ਹੀ ਛੱਡਿਆ ਕਿ ungleichmäßig, ਇਹਦਾ ਕੋਈ ਪਤਾ ਨਹੀਂ, ਕਿਸੇ ਬੰਦੇ ਦੇ ਸਰੀਰ 'ਤੇ ਡਿਪੈਂਡ ਕਰਦਾ ਆ ਕਿ ਉਹ ਕਿਸੇ ਨੂੰ ਹੋ ਸਕਦਾ ਘੰਟੇ ਦੇ ਵਿੱਚ ਹੀ ਉਹ ਨਸ਼ਾ ਲੈ ਜਾਏ ਤੇ ਕਿਸੇ ਨੂੰ 12 ਘੰਟੇ ਨਾਲ ਲਵੇ। ਇਸ ਕਰਕੇ ਪਹਿਲਾਂ ਹੀ ਸਹੀ ਹੋਏਗਾ। Welche Folgen kann es haben, wenn man unter Einwirkung von Drogen wie zum Beispiel Haschisch, Heroin, Kokain ein Kraftfahrzeug führt?
ਤੁਹਾਨੂੰ ਕਿਹੜੀ ਚੀਜ਼ਾਂ ਦਾ ਮਤਲਬ ਸਾਹਮਣਾ ਕਰਨਾ ਪੈ ਸਕਦਾ ਆ ਜੇ ਤੁਹਾਡੇ ਕੋਲੋਂ ਤੁਹਾਡੀ ਗੱਡੀ ਦੇ ਵਿੱਚੋਂ ਡਰੱਗਸ ਫੜੇ ਜਾਂਦੇ ਆ, ਹਾਸ਼ੀਸ਼, ਹੈਰੋਇਨ, ਕੋਕਾਈਨ ਤੁਹਾਡੀ ਗੱਡੀ ਦੇ ਵਿੱਚ ਹੋਣ ਤੇ ਤੁਹਾਡੇ ਕੋਲ ਫੜੇ ਜਾਣ ਕਹਿ ਲਈਏ ਆਪਾਂ, ਤੇ ਫਿਰ ਤੁਹਾਨੂੰ ਕਿਹੜੀਆਂ ਗੱਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਹਿਲਾ ਆਨਸਰ ਲਿਖਿਆ ਦਾ ਗੈਲਟ und oder Freiheitsstrafe, ਪੈਸਿਆਂ ਮਤਲਬ ਕਿ ਜੁਰਮਾਨਾ ਪੈਸਿਆਂ ਦਾ ਜਾਂ ਜੇਲ੍ਹ ਵੀ ਹੋ ਸਕਦੀ ਆ। ਦੂਜਾ ਲਿਖਿਆ Anordnung einer medizinische psychologischen Untersuchung, ਇਹ ਵੀ ਸਹੀ ਆ। ਤੇ ਤੀਜਾ ਲਿਖਿਆ Entzug der Fahrzeugserlaubnis oder Fahrverbot, ਇਹ ਵੀ ਸਹੀ ਆ। ਮਤਲਬ ਕਿ ਤਿੰਨੋਂ ਹੀ ਸਹੀ ਆ। ਸਾਨੂੰ ਜੁਰਮਾਨਾ ਵੀ ਆ ਸਕਦਾ ਪੈਸਿਆਂ ਦਾ, ਸਾਨੂੰ ਜੇਲ੍ਹ ਵੀ ਹੋ ਸਕਦੀ ਹੈ, ਸਾਨੂੰ ਜਿਹੜਾ ਆ ਇਹ ਵੀ ਕਿਹਾ ਜਾ ਸਕਦਾ ਹੈ ਕਿ ਤੁਸੀਂ ਹੁਣ ਆਪਣਾ ਸਾਈਕੋਲੋਜਿਕ ਚੈੱਕਅਪ ਕਰਾਓ ਤੇ ਸਾਡੇ ਲਾਇਸੈਂਸ ਵੀ ਸਾਡੇ ਕੋਲ ਖੋਇਆ ਜਾ ਸਕਦਾ ਤੇ ਸਾਨੂੰ ਹੋ ਸਕਦਾ ਹੈ ਕਿ ਸਾਨੂੰ ਡਰਾਈਵ ਲਈ ਮਨਾ ਵੀ ਕਰ ਦਿੱਤਾ ਜਾਏ। ਤੇ ਤਿੰਨੋਂ ਸਹੀ ਰਹਿਣਗੇ। Was kann Haschisch-Konsum bewirken, ਜੇ ਕਿਸੇ ਨੇ ਹਾਸ਼ਿਸ਼ ਲਈ ਹੋਈ ਆ ਤੇ ਉਹਦਾ ਕੀ ਅਸਰ ਹੋਏਗਾ, ਕਿਵੇਂ ਹੋਏਗਾ। Rausch mit Verwirrtheitszuständen und Depressionen, ਇਹ ਚੜ੍ਹਦੀ ਆ ਤੇ ਇਹਦੇ ਨਾਲ ਮਤਲਬ ਕਿ ਇੱਕ ਬੰਦਾ ਇਨਸਟੇਬਲ ਹੋ ਜਾਂਦਾ ਹੈ ਤੇ ਨਾਲ ਉਹਨੂੰ ਜਿਹੜਾ ਆ ਡਿਪਰੈਸ਼ਨ ਦਾ ਵੀ ਆਦੀ ਹੋ ਸਕਦਾ ਆ। ਅੱਗੇ ਲਿਖਿਆ verbesserte Zeiteinschätzungen, ਇਹ ਨਹੀਂ ਗਲਤ ਹੋ ਸਕਦਾ। ਜਦੋਂ ਵੀ ਆਪਾਂ ਕੋਈ ਨਸ਼ਾ ਲੈਂਦੇ ਆ ਤੇ ਆਪਾਂ ਸਾਡੀ ਜਿਹੜੀ ਕਿਸੇ ਚੀਜ਼ ਦਾ ਐਸਟੀਮੇਟ ਲਾਣਾ ਜਾਂ ਕਿਸੇ ਚੀਜ਼ ਤੇ ਕਨਸੈਂਟਰੇਟ ਕਰਨਾ ਵਧੀਆ ਨਹੀਂ ਹੋ ਸਕਦਾ, ਘਟੇਗਾ ਹੀ, ਕਿਉਂਕਿ ਸਾਨੂੰ ਨਸ਼ਾ ਚੜ੍ਹ ਜਾਂਦਾ ਆ। ਜਦੋਂ ਨਸ਼ਾ ਚੜ੍ਹ ਗਿਆ ਤੇ ਹਮੇਸ਼ਾ ਬੰਦਾ ਇਹ ਦਲੇਰ ਹੋ ਜਾਂਦਾ ਤੇ ਗਲਤੀ ਕਰ ਪੈਂਦਾ ਆ, ਇਸ ਕਰਕੇ ਉਹ ਐਸਟੀਮੇਟ ਸਹੀ ਨਹੀਂ ਲਾ ਸਕਦਾ ਟਾਈਮ ਦਾ। Rausch mit gefährlichen Sinntäuschungen und Herabsetzungen des Reaktionsvermögens, ਇਹ ਸਹੀ ਆ। ਜੇ ਸਾਨੂੰ ਨਸ਼ਾ ਚੜਿਆ ਹੋਇਆ ਹੈ ਤੇ ਉਹਦੇ ਨਾਲ ਸਾਨੂੰ ਖਤਰਨਾਕ ਜਿਹੜੀਆਂ ਨੇ ਭੁਲੇਖੇ ਪੈ ਸਕਦੇ ਨੇ ਤੇ ਸਾਡੇ ਰਿਐਕਸ਼ਨ ਜਿਹੜੇ ਹੁੰਦੇ ਨੇ, ਰਿਐਕਟ ਕਰਨਾ ਹੁੰਦਾ ਆ, ਉਹਦੇ ਵਿੱਚ ਕਮੀ ਆ ਜਾਂਦੀ ਹੈ। ਇਹ ਸਹੀ ਹੋਏਗਾ। ਅੱਗੇ ਚਲੇ ਗਏ ਆਪਾਂ welche Auswirkungen kann Haschisch-Konsum haben, ਉਹੀ ਦੁਬਾਰਾ ਪੁੱਛ ਲਿਆ ਘੁਮਾ ਕੇ ਕਿ ਹਾਸ਼ਿਸ਼ ਲੈਣ ਨਾਲ ਮਤਲਬ ਕਿੱਦਾਂ ਦੇ ਅਸਰ ਉਹਦੇ ਹੋ ਸਕਦੇ ਆ। Das Gefahrenbewusstsein kann abnehmen, ਸੇਮ ਉਹੀ ਗੱਲ ਦੁਬਾਰਾ ਆ ਇੱਥੇ, ਉਹ 'ਚ ਪਹਿਲਾਂ ਲਿਖਿਆ ਸੀ absetzen, ਇਹ 'ਚ abnehmen, ਸੇਮ ਆ Gefahrenbewusstsein kann abnehmen। ਤੇ ਅੱਗੇ ਦੂਜਾ ਲਿਖਿਆ Fehler bei der Verarbeitung von Informationen können zunehmen, ਕਿ ਸਾਨੂੰ ਜਿਹੜਾ ਆ ਮਤਲਬ ਕਈ ਵਾਰੀ ਸਾਨੂੰ ਆਪਾਂ ਰੇਡੀਓ ਚੱਲਦਾ ਹੁੰਦਾ, ਉਹ 'ਚ ਇਨਫੋਰਮੇਸ਼ਨ ਆਉਂਦੀ ਹੈ, ਸਟਾਪ ਮੈਲਡਿੰਗ ਆ ਜਾਂਦੀ ਹੈ ਜਾਂ ਕੋਈ ਹੋਰ ਮੈਲਡਿੰਗ ਆ ਜਾਂਦੀ ਆ, ਤੇ ਉਹਦੇ ਵਿੱਚ ਵੀ ਜਿਹੜਾ ਆ ਫੇਲ ਆ ਜਿਹੜਾ ਆ ਉਹ ਗਲਤੀਆਂ ਸਾਡੇ ਕੋਲ ਜ਼ਿਆਦਾ ਹੋਣ ਲੱਗ ਪੈਂਦੀਆਂ ਨੇ। Fehleinschätzungen von Geschwindigkeit und Entfernung können eintreten, ਤੇ ਇਹ ਵੀ ਮਿਸਟੇਕ ਸਾਡੇ ਕੋਲ ਹੋ ਸਕਦੀ ਆ ਕਿ ਸਾਡੇ ਕੋਲ ਮਿਸਟੇਕ ਹੋ ਜਾਵੇ ਸਾਨੂੰ ਐਸਟੀਮੇਟ ਲਾਉਣ ਦੇ ਵਿੱਚ ਲੋਕਾਂ ਦੀ ਜਾਂ ਆਪਣੀ ਸਪੀਡ ਦੀ ਜਾਂ ਸਾਡੇ ਤੇ ਅਗਲੀਆਂ ਗੱਡੀਆਂ ਦੇ ਦਰਮਿਆਨ ਜਿਹੜਾ ਵਕਬਾ ਆ, ਗੈਪ ਆ, ਉਹਦੀ ਸਾਨੂੰ ਇਹ ਸਾਰੀ ਚੀਜ਼ਾਂ ਦਾ ਜਿਹੜੇ ਆ ਭੁਲੇਖੇ ਪੈਣ ਲੱਗ ਪੈਣਗੇ, ਸਾਡੀ ਜਿਹੜੇ ਆ ਐਸਟੀਮੇਟ ਗਲਤ ਹੋਣ ਲੱਗ ਪੈਣਗੇ। ਜਦੋਂ ਆਪਾਂ ਕੋਈ ਵੀ ਨਸ਼ਾ ਕਰ ਲਿਆ ਤੇ ਉਹਦੇ ਨਾਲ ਹਮੇਸ਼ਾ ਸਾਡੇ ਮਾਈਂਡ ਤੇ ਦਿਮਾਗ ਤੇ ਅਟੈਕ ਕਰਦਾ, ਸਾਨੂੰ ਰੌਸ਼ਨ ਯਾਨੀ ਕਿ ਸਾਨੂੰ ਚੜਿਆ ਹੁੰਦਾ ਆ ਤੇ ਉਹਦੇ ਨਾਲ ਸਾਨੂੰ ਦਲੇਰੀ ਆਈ ਹੁੰਦੀ ਆ ਤੇ ਆਪਾਂ ਸਾਰਾ ਕੁਝ ਜਿਹੜਾ ਆ ਜ਼ਿਆਦਾ ਗਲਤੀਆਂ ਕਰ ਜਾਂਦੇ ਹਾਂ। ਸੋ ਅੱਗੇ ਆ ਗਿਆ für wen besteht ein Alkoholverbot beim Führen von Kraftfahrzeugen, ਕਿੰਨਾ ਲੋਕਾਂ ਲਈ ਜਿਹੜਾ ਆ ਸ਼ਰਾਬ ਮਨਾ ਆ ਜੇ ਉਹ ਮਤਲਬ ਕਿ ਕੋਈ ਕਾਰ ਜਾਂ ਕੋਈ ਗੱਡੀ ਚਲਾਣੀ ਹੋਵੇ ਜਿਨ੍ਹਾਂ ਨੇ, ਕਿੰਨਾ ਲਈ ਜਿਹੜਾ ਸ਼ਰਾਬ ਬਿਲਕੁਲ ਮਨਾ ਆ। ਫਿਰ alle Kraftfahrer in der Probezeit, ਬਿਲਕੁਲ ਜਿਹੜਾ ਬੰਦਾ ਜਿਹਨੇ ਲਾਇਸੈਂਸ ਕੀਤਾ ਨਵਾਂ ਪ੍ਰੋਬੇਸਾਈਡ ਵਿੱਚ ਜਾਂ 2 ਸਾਲ ਹੈ ਨਾ, ਤੇ ਉਹ 2 ਸਾਲ ਤੇ ਬਿਲਕੁਲ ਵੀ ਟੱਚ ਨਹੀਂ ਕਰ ਸਕਦਾ ਸ਼ਰਾਬ ਨੂੰ ਡਿਊਰਿੰਗ ਦਾ ਡਰਾਈਵ, ਮਤਲਬ ਗੱਡੀ ਚਲਾਉਂਦੇ ਸਮੇਂ। Für alle Kraftfahrer, ਸਾਰਿਆਂ ਵਾਸਤੇ ਨਹੀਂ ਹੈਗਾ। Für alle Kraftfahrer unter 21 Jahren, ਇਹ ਸਹੀ ਆ। ਤੇ ਬਾਕੀ ਜੇ 2 ਸਾਲ ਪ੍ਰੋਬੇ ਲੰਘ ਵੀ ਗਏ ਆ, ਮਤਲਬ ਕਿਸੇ ਨੇ 17 ਸਾਲ ਦੇ ਸ਼ੁਰੂ ਕਰਤੀ ਸੀ ਲਾਇਸੈਂਸ ਹੈ ਨਾ, 18 19 ਸਾਲ ਹੋ ਗਏ, 20 ਸਾਲ ਉਹਦੀ ਏਜ ਆ ਹਜੇ ਤੱਕ, ਤੇ ਉਹ ਵੀ ਜਿਹੜਾ ਆ ਨਹੀਂ ਨਸ਼ਾ ਲੈ ਸਕਦਾ 21 ਸਾਲ ਦੀ ਏਜ ਤੱਕ, ਮਤਲਬ ਕੁਛ ਪਰਸੈਂਟ
ਸ਼ੂਟ ਹੁੰਦੀ ਆ, ਮਤਲਬ ਕਿੱਦਾਂ ਇੱਕ ਅੱਧੀ ਬੀਅਰ ਲਾ ਲਈ ਜਾਂ ਕਿੱਦਾਂ ਪੈਗ ਵਿਸਕੀ ਦਾ ਲਾ ਲਿਆ ਕਿਸੇ ਨੇ ਕੁਛ ਮਤਲਬ ਪ੍ਰੋਮਿਲੇ ਤੱਕ, ਪਰ ਜੇ ਉਹ 21 ਸਾਲ ਤੋਂ ਥੱਲੇ ਆ ਤੇ ਉਹ ਵੀ ਨਹੀਂ ਲੈ ਸਕਦਾ, ਤੇ ਜੇ ਪ੍ਰੋਬੇਸਾਈਡ ਵਿੱਚ ਤੇ ਉਹ ਵੀ ਨਹੀਂ ਕੋਈ ਲੈ ਸਕਦਾ। Dürfen Kraftfahrer beim Führen von Kraftfahrzeugen während der Probezeit unter der Wirkung alkoholischer Getränke stehen? ਉਹੀ ਸਵਾਲ ਕਮਾ ਕੇ ਪੁੱਛ ਲਿਆ ਕਿ ਜਿਹੜੇ ਲੋਕ ਮਤਲਬ ਕਿ ਵੇਰਨ ਦੇ ਪ੍ਰੋਬਸਾਈਡ, ਕੋਈ ਵੀ ਲੋਕ ਨੇ ਜੇ ਔਰਤਾਂ ਹੋਣ ਜਾਂ ਮਰਦ ਹੋਣ ਜਿਨ੍ਹਾਂ ਨੇ ਨਵਾਂ ਲਾਇਸੈਂਸ ਕੀਤਾ ਆ ਹੈ ਨਾ, ਤੇ ਜੋ ਪ੍ਰੋਬੇਸਾਈਡ ਵਿੱਚ ਨੇ, ਤੇ ਕੀ ਉਹ ਅਲਕੋਹਲ ਪੀ ਕੇ ਗੱਡੀ ਚਲਾ ਸਕਦੇ ਨੇ? ਜਾਂ bis 0,5 Promille ohne alkoholbedingte Fahrauffälligkeit, ਜਾਂ bis 0,3 Promille ohne alkoholbedingte Fahrauffälligkeit, ਤੇ ਤੀਜਾ ਕਹਿੰਦਾ 9 in keinem Fall। ਜਦੋਂ ਆਪਾਂ ਗੱਲ ਪਿਛਲੇ 'ਚ ਇਹੀ ਕਰਕੇ ਹਟੇ ਆ ਕਿ ਪ੍ਰੋਬੇਸਾਈਡ ਵਿੱਚ ਆਪਾਂ ਨਹੀਂ ਪੀ ਸਕਦੇ, ਤੇ ਫਿਰ ਇੱਥੇ ਮਿਲਿਆਂ ਦੀ ਤੇ ਗੱਲ ਹੀ ਛੱਡ ਦਿਓ। 9 in keinem Fall, also no way, ਆਪਾਂ ਨਹੀਂ ਪੀ ਸਕਦੇ ਜਦੋਂ ਆਪਾਂ ਪ੍ਰੋਬੇਸਾਈਡ ਦੇ ਵਿੱਚ ਆ। ਬੇਸ਼ੱਕ ਸਾਡੀ ਏਜ ਕਿੰਨੀ ਵੀ ਆ, ਘਾਟਾ ਵਾਧਾ ਜੋ ਵੀ ਆ, ਪ੍ਰੋਬੇਸਾਈਡ ਦੇ ਵਿੱਚ ਕੋਈ ਵੀ ਨਹੀਂ ਪੀ ਸਕਦਾ। Warum kann die Fahrtüchtigkeit bereits durch geringe Menge Alkohol beeinträchtigt werden? ਕਿ ਜਿਹੜਾ ਆਪਾਂ ਡਰਾਈਵ ਕਰ ਰਹੇ ਹੁੰਦੇ ਆ, ਸਾਡੀ ਡਰਾਈਵਿੰਗ ਦੇ ਉੱਤੇ ਇੱਕ ਮਤਲਬ ਇੱਕ ਪੈਗ ਸ਼ਰਾਬ ਦਾ ਜਾਂ ਇੱਕ ਅੱਧੀ ਬੀਅਰ ਵੀ ਆਪਾਂ ਪੀਤੀ ਹੋਵੇ ਤੇ ਉਹਦਾ ਵੀ ਸਾਡੀ ਡਰਾਈਵਿੰਗ ਦੇ ਉੱਤੇ ਅਸਰ ਪੈ ਸਕਦਾ ਹੈ। ਉਹ ਕਿਉਂ? Weil sich die Reaktionszeit verkürzt। ਇਹ ਨਹੀਂ ਹੈ ਸਹੀ। ਜਦੋਂ ਆਪਾਂ ਕੋਈ ਵੀ ਨਸ਼ਾ ਲੈਂਦੇ ਆ, ਸਾਡਾ ਰਿਐਕਸ਼ਨ ਸਾਈਟ ਜਿਹੜਾ ਟਾਈਮ ਆ ਉਹ ਲੰਬਾ ਹੋ ਜਾਂਦਾ ਹੈ, ਡਿਲੇ ਪੈ ਜਾਂਦੀ ਹੈ। ਸਾਡੀ ਜਿੱਦਾਂ ਸਾਨੂੰ ਬ੍ਰੇਕ ਲਾਉਣੀ ਪੈ ਗਈ ਤਾਂ ਸਾਨੂੰ ਡਿਲੇ ਹੋ ਜਾਣੀ ਆ, ਸਾਡੇ ਕੋਲੋਂ ਦੇਰ ਨਾਲ ਸਾਨੂੰ ਪਤਾ ਲੱਗਣਾ ਹੈ। ਫਿਕਰਸ ਮਤਲਬ ਹੁੰਦਾ ਹੈ ਕਿ ਜਲਦੀ, ਤੇ ਜਲਦੀ ਤੇ ਨਹੀਂ ਆਪਾਂ ਕਰਾਂਗੇ, ਸਾਡੇ ਕੋਲ ਡਿਲੇ ਹੋ ਜਾਣੀ ਹੈ। ਤੇ ਪਹਿਲਾ ਆਨਸਰ ਜਿਹੜਾ ਹੈ ਸਹੀ ਨਹੀਂ ਹੈਗਾ। Weil sich die Sichtfeld der Augen verkleinert, ਇਹ ਸਹੀ ਆ ਕਿ ਸਾਡੀ ਜਿਹੜੀ Sichtfeld der Augen verkleinert, ਸਾਨੂੰ ਦਿਖਣਾ ਜਿਹੜਾ ਆ ਉਹਦੇ ਵਿੱਚ ਜਿਹੜਾ ਆ ਵੋਲੂਮ ਜਿੰਨਾ ਅਸੀਂ ਦੇਖਣਾ ਹੁੰਦਾ ਆ Sichtfeld, ਉਹ ਉਹਦੇ 'ਚ ਕਮੀ ਆ ਜਾਂਦੀ ਆ। ਤੇ weil sich der räumliche Sehen verschlechtert, ਤੇ ਉਹੀ ਸਾਨੂੰ ਦੇਖਣ ਵਿੱਚ ਜਿਹੜਾ ਆ ਆਲਾ ਦੁਆਲਾ ਸਾਰਾ ਕੁਝ ਉਹਦੇ ਵਿੱਚ ਕਮੀ ਆ ਜਾਂਦੀ ਆ। ਇਹ ਸਹੀ ਆ। ਅੱਗੇ ਕਹਿੰਦਾ warum ist bereits der einmalige Konsum von Drogen für die Teilnehmer am Straßenverkehr gefährlich? ਕਿ ਕਿਉਂ ਸਿਰਫ ਇੱਕ ਵਾਰੀ ਨਸ਼ਾ ਲੈਣ ਨਾਲ, ਹਨਾ, ਕੋਈ ਡਰੱਗਸ ਲੈਣ ਨਾਲ, ਕੋਈ ਕੋਕਾਈਨ ਹੈਗਾ ਆ ਜਾਂ ਕੋਈ ਹਾਸ਼ਿਸ਼ ਆ, ਇੱਕ ਵਾਰੀ ਨਸ਼ਾ ਲੈਣ ਨਾਲ ਜਿਹੜਾ ਆ ਆਪਾਂ ਨੂੰ ਜਿਹੜਾ ਆ ਟ੍ਰੈਫਿਕ ਦੇ ਵਿੱਚ ਸਾਡੇ ਲਈ ਉਹ ਖਤਰਨਾਕ ਸਾਬਤ ਹੋ ਸਕਦਾ ਹੈ। Weil er zu Fahruntüchtigkeit führen kann, ਬਿਲਕੁਲ ਸਹੀ ਆ ਕਿ ਜਦੋਂ ਆਪਾਂ ਨਸ਼ਾ ਲੈਂਦੇ ਆ ਸਾਡੀ ਡਰਾਈਵ ਦੇ ਉੱਤੇ ਦਾ ਅਸਰ ਪੈ ਜਾਂਦਾ ਆ, ਤੇ ਅਸੀਂ ਜਿਹੜੀ ਆ ਡਰਾਈਵਿੰਗ ਦੇ ਵਿੱਚ ਮਿਸਟੇਕ ਕਰਾਂਗੇ, ਗਲਤੀਆਂ ਕਰਾਂਗੇ, ਤੇ ਸਾਡਾ ਅਸਰ ਪੈ ਜਾਂਦਾ। Weil er einen mehrstündigen Rausch verursachen kann, ਬਿਲਕੁਲ, ਕਿਉਂਕਿ ਜੇ ਆਪਾਂ ਬੇਸ਼ੱਕ ਕਿਸੇ ਨੇ ਪਹਿਲੀ ਵਾਰੀ ਨਸ਼ਾ ਲਿੱਤਾ ਤੇ ਹੋ ਸਕਦਾ ਉਹਨੂੰ ਕਾਫੀ ਘੰਟਿਆਂ ਵਾਸਤੇ ਉਹ ਚੜ ਜਾਵੇ। ਜ਼ਰੂਰੀ ਨਹੀਂ ਹੈ ਕਿ ਪਹਿਲੀ ਵਾਰੀ ਨਸ਼ਾ ਲਿਆ ਤੇ ਉਹਨੂੰ ਕੋਈ ਉਹਤੇ ਅਸਰ ਨਹੀਂ ਹੋਣਾ ਜਾਂ ਕਿੱਦਾਂ, ਉਹਨੂੰ ਕਾਫੀ ਘੰਟਿਆਂ ਵਾਸਤੇ ਚੜ ਜਾਵੇ। Weil er Wahrnehmungsstörungen verursachen kann, ਜਿਹੜੀ ਚੀਜ਼ ਨੂੰ ਆਪਾਂ ਰੀਅਲਾਈਜ਼ ਕਰਨੇ ਆ ਨਾ, ਆਪਾਂ ਡਰਾਈਵ ਕਰ ਰਹੇ ਹਾਂ ਤੇ ਆਪਾਂ ਦੇਖਦੇ ਹਾਂ ਵੀ ਸਾਡੇ ਸਾਹਮਣੇ ਪਹਿਲਾਂ ਪਰਛਾਵਾਂ ਜਿਹਾ ਪਿਆ, ਫਿਰ ਸਾਨੂੰ ਦਿਖਦਾ ਕਿ ਨਹੀਂ ਉੱਥੇ ਤੇ ਕੋਈ ਬੰਦਾ ਖੜਾ ਸੀ, ਜਾਂ ਅੱਗੇ ਦਰਖਤਾਂ ਦੇ ਵਿੱਚੋਂ ਜਾਂਦੇ ਪਿਆ ਸੜਕ ਦੇ, ਕੋਈ ਆਲੇ ਇੱਥੇ ਕਹਿੰਦੇ ਨੇ, ਸੱਜੇ ਖੱਬੇ ਦਰਖਤ ਹੋਣ ਜਿੱਦਾਂ ਇੰਡੀਆ ਦੇ ਵਿੱਚ ਹੁੰਦੇ ਆ, ਉਹਨੂੰ ਆਲੇ ਕਹਿੰਦੇ ਆ ਇੱਥੇ। ਤੇ ਜੇ ਉੱਥੇ ਆਪਾਂ ਜਾ ਰਹੇ ਹਾਂ ਤੇ ਉੱਥੇ ਕੋਈ ਅੱਗੇ ਬਾਈਕ ਵਾਲਾ ਜਾ ਰਿਹਾ, ਉਹ ਕਦੀ ਦਿਖਦਾ ਕਦੀ ਨਹੀਂ ਦਿਖਦਾ, ਤੇ ਮਤਲਬ ਉਹ ਚੀਜ਼ ਨੂੰ ਰੀਅਲਾਈਜ਼ ਕਰਨਾ, ਜਾਂ ਕੋਈ ਚੀਜ਼ ਗੱਡੀ ਖਲੋਤੀ ਆ, ਖਰਾਬ ਹੋ ਗਈ ਆ, ਉਹਨੇ ਵਾਰਨਿੰਗ ਲਿਸਟ ਔਨ ਕੀਤੀ ਆ, ਤੇ ਸਾਨੂੰ ਉਹ ਵੈਸੇ ਤਾਂ ਆਪਾਂ ਜਦੋਂ ਸੌਂਫੀ ਹੋਵਾਂਗੇ ਸਾਨੂੰ ਪਤਾ ਲੱਗੇਗਾ ਕਿ ਉਹ ਗੱਡੀ ਖਰਾਬ ਹੋਈ ਆ, ਪਰ ਜਦੋਂ ਆਪਾਂ ਨਸ਼ਾ ਕੀਤਾ ਹੋਏਗਾ ਹੋ ਸਕਦਾ ਸਾਨੂੰ ਲੱਗੇ ਨਹੀਂ ਉਹ ਜਾਣ ਡਈ ਆ, ਭੁਲੇਖਾ, ਮਤਲਬ ਕਿ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ। ਸੋ ਇਹ ਵੀ ਹੋ ਗਿਆ। ਅੱਗੇ ਆ ਗਏ wie lange sind Cannabis und dessen Abbauprodukte im Urin nachweisbar? ਇਹ ਗੱਲ ਸਾਰੀ ਨਸ਼ਿਆਂ ਦੀ ਚੱਲ ਰਹੀ ਹੈ। ਇਹਦੇ ਵਿੱਚ ਪੁੱਛਿਆ ਗਿਆ ਕਿ ਕਿੰਨਾ ਟਾਈਮ ਜਿਹੜਾ ਜੇ ਕਿਸੇ ਨੇ ਕੈਨਾਬਿਸ ਡਰੱਗਸ ਜਿਹੜਾ ਆ ਉਹ ਕਿੰਨਾ ਚਿਰ ਤੁਹਾਡੇ ਉਰੀਨ ਦੇ ਵਿੱਚ, ਜਿਹਨੂੰ ਆਪਾਂ ਬਾਥਰੂਮ ਦੇ ਵਿੱਚ ਕਹਿ ਲਈਏ, ਕਿੰਨਾ ਚਿਰ ਤੱਕ ਉਹ ਤੁਹਾਡੇ ਉਰੀਨ ਦੇ ਵਿੱਚ ਜਿਹੜਾ ਹੁੰਦਾ ਆ। ਜੇ ਤੁਹਾਨੂੰ ਚੈੱਕਅਪ ਕਰਾਉਣਾ ਪੈ ਜੇ ਜਾਂ ਤੁਹਾਡਾ ਉਰੀਨ ਟੈਸਟ ਕਰ ਲਵੇ ਕੋਈ, ਤੇ ਉਹਦੇ ਵਿੱਚ ਉਹ ਹੋਵੇਗਾ ਕਿੰਨਾ ਚਿਰ ਤੱਕ ਉਹ ਰਹਿੰਦਾ ਆ। Nur mehrere Stunden,
ਕਿ ਕੁਛ ਘੰਟਿਆਂ ਤੱਕ, ਸਿਰਫ ਕੁਛ ਘੰਟਿਆਂ ਤੱਕ ਰਹਿੰਦਾ ਆ। ਨੋਖ ਨਾਖ ਵੋਖਨ ਕਿ ਉਹ ਕਾਫੀ ਹਫ਼ਤਿਆਂ ਤੱਕ ਵੀ ਮਤਲਬ ਰਹਿ ਸਕਦਾ ਆ। ਹਿਕਸਨਸ ਮੇਅਰ ਤਾਗਨ, ਤੇ ਇਹ ਹੈਗਾ ਕਿ ਕਾਫੀ ਹਫ਼ਤਿਆਂ ਤੱਕ ਵੀ ਜੇ ਆਪਾਂ ਜਿਹੜਾ ਕਾਨਾਬਿਸ ਇੱਧਰ ਨਸ਼ੇ, ਕੋਈ ਵੀ ਨਸ਼ਿਆਂ ਦੀ ਗੱਲ ਕਰ ਲਈਏ, ਬਹੁਤ ਸਾਰੇ ਨਸ਼ੇ ਆ ਜਿਹੜੇ ਆਪਾਂ ਬੇਸ਼ੱਕ ਲਿੱਤੇ ਆ ਤੇ ਬਾਅਦ ਛੱਡਿਆ ਤਾਂ ਕਾਫੀ ਹਫ਼ਤਿਆਂ ਤੱਕ ਉਹਦੀ ਜਿਹੜੀ ਆ ਸਪੂਰਨ ਕਹਿੰਦੇ ਆਪਾਂ ਇੱਥੇ ਜਰਮਨੀ ਦੇ ਵਿੱਚ, ਕਾਫੀ ਹਫ਼ਤਿਆਂ ਤੱਕ ਉਹਦਾ ਜਿਹੜਾ ਸਰੀਰ ਦੇ ਵਿੱਚ ਉਹ ਰਹਿੰਦਾ ਆ। Warum ist man nach dem Konsum der Droge Kristall Meth fahruntüchtig? ਗੱਲ ਤਾਂ ਵੈਸੇ ਸਾਰੇ ਨਸ਼ਿਆਂ ਤੋਂ ਬਾਅਦ ਚ ਬੰਦਾ fahruntüchtig ਹੀ ਆ, ਪਰ ਇੱਥੇ ਹੁਣ ਅਲੱਗ ਪੁੱਛ ਲਿਆ ਕ੍ਰਿਸਟਾਲ ਮੈਥ ਹੈ ਨਾ। ਵਾਰੂਮ ਇਸਮਾਨ ਕਿਉਂਕਿ ਕਿਉਂ ਜਿਹੜਾ ਡਰੋਗੇ ਕ੍ਰਿਸਟਾਲ ਮੈਥ ਆ ਉਸ ਲੈਣ ਤੋਂ ਬਾਅਦ ਬੰਦਾ ਜਿਹੜਾ fahruntüchtig ਆ। ਤੇ ਇਹ ਗੱਲ ਸਾਰੇ ਨਸ਼ਿਆਂ ਤੇ ਢੁਕਣੀ ਆ, ਪਰ ਇੱਥੇ ਆਪਾਂ ਦੇਖ ਲੈਣੇ ਸਪੈਸ਼ਲੀ ਇਹ 'ਚ ਕੀ ਲਿਖਿਆ ਆ। ਪਹਿਲਾ ਆਂਸਰ ਲਿਖਿਆ while plötzlich Erschöpfung eintreten kann। ਇਹ ਨਸ਼ਾ ਇਦਾਂ ਦਾ ਆ ਜਿਹਨੂੰ ਆਪਾਂ ਕਰ ਲਿਆ ਤੇ ਨਾਲ ਹੀ ਬੰਦੇ ਦਾ ਸਰੀਰ ਜਿਹੜਾ ਆ ਉਹ ਠੰਡਾ ਪੈ ਜਾਂਦਾ ਆ, ਜਿੱਦਾਂ ਥੱਕ ਗਿਆ ਹੁੰਦਾ ਆ। ਤੇ ਇਸ ਕਰਕੇ while Wahnvorstellungen auftreten können, ਤੇ ਇਹ ਵੀ ਸਹੀ ਰਹੇਗਾ। weil die eigene Leistungsfähigkeiten überschätzt werden kann, ਤੇ ਆਪਣੀ ਜਿਹੜੀ ਆ ਲਾਈਸਟੁੰਗ ਆ ਜਿੰਨੇ ਜੋ ਕਿ ਅਸੀਂ ਹੁੰਦੇ ਆ ਉਹ ਵੀ ਜਿਹੜਾ ਆ ਆਪਾਂ überschätzen ਕਰ ਦੇਣਾ। ਨਹੀਂ ਮੈਂ ਲੱਗਦਾ ਨਸ਼ਾ ਕਰ ਲਿਆ ਹੈ ਨਾ, ਨਸ਼ੇ ਦੇ ਵਿੱਚ ਕਹਿੰਦਾ ਬੰਦਾ ਨਹੀਂ ਮੈਂ ਕਰ ਸਕਦਾ ਆ, ਪਰ ਜਦੋਂ ਸਰੀਰ ਟੁੱਟਾ ਆ ਉਹ ਇੰਨੇ ਜੋ ਹੈ ਨਹੀਂ, ਉਹਨਾਂ ਉਹ ਕਰ ਨਹੀਂ ਸਕਦਾ, ਤੇ ਉਹ überschätzen ਕਰਨਾ। überschätzen ਕਿ ਜਿੰਨੇ ਜੋਗਾ ਹੈ ਨਹੀਂ ਉਹ ਤੋਂ ਜ਼ਿਆਦਾ ਐਸਟੀਮੇਟ ਲਾਣਾ। unterschätzen ਜਿੰਨੇ ਜੋਗਾ ਮੈਂ ਹੈ ਨਹੀਂ ਉਸ ਤੋਂ ਘੱਟ ਐਸਟੀਮੇਟ ਲਾਣਾ। ਇਹ überschätzen ਇੱਥੇ ਕਹਿ ਰਿਹਾ, ਠੀਕ ਹੈ ਜੀ। ਤੇ ਇਹ ਵੀ ਹੋ ਗਿਆ ਸਹੀ। ਅੱਗੇ ਚੱਲ ਕੇ wodurch lässt sich die Fahrtüchtigkeit nach übermäßigem Alkoholkonsum kurzfristig wiederherstellen, ਕਿ ਸਾਡੀ ਡਰਾਈਵਿੰਗ ਜਿਹੜੀ ਆ ਆਪਾਂ ਕਰਨੀ ਆ ਜਾਂ ਕਰਨੀ ਚਾਹੁੰਦੇ ਆ, ਪਰ ਅਸੀਂ ਜਿਹੜੀ ਸ਼ਰਾਬ ਜ਼ਿਆਦਾ ਪੀ ਲਈ, übermäßigem Alkoholkonsum, übermäßig ਮਤਲਬ ਹੱਦ ਤੋਂ ਜ਼ਿਆਦਾ ਆਪਾਂ ਸ਼ਰਾਬ ਪੀ ਲਈ ਹੋਈ ਆ, ਤੇ ਹੁਣ ਆਪਾਂ ਕੀ ਕਰੀਏ ਕਿ ਆਪਾਂ ਜਿਹੜਾ ਆ ਫਿਰ ਦੁਬਾਰਾ ਗੱਡੀ ਚਲਾਉਣ ਜੋਗੇ ਹੋ ਜਾਈਏ। ਪਹਿਲਾਂ ਲਿਖਿਆ ਦਾ ਕਿ ਜੇ ਆਪਾਂ 15 ਮਿੰਟ ਸਪੋਰਟ ਕਰਾਂਗੇ ਤੇ ਆਪਾਂ ਜਿਹੜਾ ਆ ਫਿੱਟ ਹੋ ਜਾਵਾਂਗੇ, ਸਾਡਾ ਸਰੀਰ ਫਿੱਟ ਹੋ ਜਾਏਗਾ। ਨਹੀਂ, ਇੱਦਾਂ ਨਹੀਂ ਹੁੰਦਾ। ਜੇ übermäßig ਆਪਾਂ ਹੁਣ ਬੋਤਲ ਸ਼ਰਾਬ ਪੀ ਲਈ ਹੋਈ ਆ, ਜੇ ਇੱਕ ਬੰਦਾ ਪੈਗ ਜਾਂ ਦੋ ਪੈਗ ਪੀ ਸਕਦਾ ਤੇ ਉਹਨੇ ਜਿਹੜਾ ਹੁਣ ਅੱਧੀ ਬੋਤਲ ਲੰਘਾਈ ਅੰਦਰ, ਤੇ ਉਹ ਕਿੱਦਾਂ ਮਤਲਬ ਸੈੱਟ ਹੋ ਜਾਏਗਾ 15 ਮਿੰਟ। ਪਹਿਲੀ ਗੱਲ ਤਾਂ ਉਹਦੀ ਕੋਈ ਸਪੋਰਟ ਹੋਣੀ ਨਹੀਂ 15 ਮਿੰਟ। ਜੇ ਕਰ ਵੀ ਲਏਗਾ ਤੇ ਉਹ ਸ਼ਰਾਬ 15 ਮਿੰਟ 'ਚ ਨਹੀਂ ਲੈਣੀ। ਦੁਸ਼ਖਾਨਿਸਟਸ, ਇਹ ਸ਼ਰਾਬ ਨਹੀਂ ਲੈਣੀ, ਜਿੱਦਾਂ ਮਰਜ਼ੀ ਕਰ ਲਓ, ਇਹ ਤੁਹਾਨੂੰ ਰੈਸਟ ਹੀ ਕਰਨੀ ਪੈਣੀ ਆ। durch das Trinken von 2 Tassen Kaffee, ਕਿ ਜੇ ਮੈਂ 2 ਕੱਪ ਕਾਫੀ ਦੇ ਪੀ ਲਾਂਗੇ ਤਾਂ ਵੀ ਲੈ ਜਾਏਗੀ। ਨਹੀਂ, ਇਹ ਨਹੀਂ ਲੈਣੀ, ਨਾ ਸਪੋਰਟ ਕੀਤਿਆਂ ਲੈਣੀ ਆ ਛੇਤੀ 15 ਮਿੰਟਾਂ ਦੇ ਵਿੱਚ, ਤੇ ਨਾ ਹੀ ਕਾਫੀ ਪੀਤਿਆਂ ਲੈਣੀ ਆ। ਇਹ ਹੁਣ ਰੈਸਟ ਹੀ ਕਰਨੀ ਪੈਣੀ ਆ ਜਦੋਂ ਆਪਾਂ ਹੱਦ ਤੋਂ ਜ਼ਿਆਦਾ ਪੀ ਲੈਂਦੇ ਹਾਂ। ਅੱਗੇ ਚਲੇ ਗਏ was kann die Fahrtüchtigkeit ähnlich beeinträchtigen wie Alkohol? ਸਾਡੀ ਡਰਾਈਵਿੰਗ ਦੇ ਉੱਤੇ ਜਿਹੜਾ ਆ ਕਿੱਦਾਂ ਕਿਹੜੀ ਚੀਜ਼ ਦਾ ਫਰਕ ਅਸਰ ਪੈ ਸਕਦਾ ਹੈ ਸ਼ਰਾਬ ਤੋਂ ਬਿਨਾਂ, ਸ਼ਰਾਬ ਵਰਗਾ ਹੀ ਅਸਰ ਹੋਵੇ ਜਿੱਦਾਂ। ਮੈਡੀਕਾਮੈਂਟ, ਦਵਾਈਆਂ, ਬਿਲਕੁਲ। ਜੇ ਆਪਾਂ ਦਵਾਈਆਂ ਲੈਂਦੇ, ਕਈ ਦਵਾਈਆਂ ਦੇ ਵਿੱਚ ਵੀ ਹੁੰਦਾ ਆ ਕਿ ਦਵਾਈ ਖਾ ਕੇ ਨੀਂਦ ਆਉਣ ਲੱਗ ਪੈਂਦੀ ਹੈ, ਨਸ਼ਾ ਹੁੰਦਾ, ਡਰੱਗਸ ਮਿਕਸ ਹੁੰਦੇ ਆ, ਤੇ ਦਵਾਈਆਂ। ਡਰੋਗਨ, ਜੇ ਆਪਾਂ ਡਰੱਗਸ ਲੈਂਦੇ ਹਾਂ ਕੋਈ ਹੈ ਨਾ, ਕਿਸੇ ਕਿਸਮ ਦਾ ਹਾਸ਼ਿਸ਼, ਕੋਕਾਈਨ, ਕੋਈ ਵੀ, ਉਹਦੇ ਨਾਲ ਵੀ। ਤੇ ਐਫਰਿਸ਼ੁੰਗਸਗੇਟਰੈਂਕ, ਇਹਦੇ ਨਾਲ ਨਹੀਂ ਹੁੰਦਾ। ਐਫਰਿਸ਼ੁੰਗਸਗੇਟਰੈਂਕ ਸੌਫਟ ਡਰਿੰਕ ਹੁੰਦੇ ਆ, ਜਿੱਦਾਂ ਕੋਈ ਮਤਲਬ ਕਿ ਕੋਈ ਜਿੱਦਾਂ ਆਪਣਾ ਐਨਰਜੀ ਡਰਿੰਕ ਹੋ ਗਏ, ਕੋਕਾ ਕੋਲਾ ਹੋ ਗਿਆ, ਫੈਂਟਾ ਹੋ ਗਿਆ, ਜਾਂ ਹੋਰ ਲਿਮੋਨਾਦ ਹੋ ਗਿਆ, ਕਈ ਤਰ੍ਹਾਂ ਦੇ ਐਫਰਿਸ਼ੁੰਗਸਗੇਟਰੈਂਕ ਡਰਿੰਕਸ ਹੁੰਦੇ ਆ, ਤੇ ਉਹਨਾਂ ਨਾਲ ਨਹੀਂ, ਸਿਰਫ ਡਰੋਗਨ ਤੇ ਦਵਾਈਆਂ ਦੇ ਨਾਲ ਜਿਹੜਾ ਆ ਸੇਮ ਅਲਕੋਹਲ ਵਰਗਾ ਜਿਹੜਾ ਆ ਅਸਰ ਪੈ ਸਕਦਾ ਆ ਸਾਡੀ ਡਰਾਈਵਿੰਗ ਦੇ ਉੱਪਰ। ਤੇ ਅੱਗੇ ਆਪਾਂ ਅਗਲੇ ਸਵਾਲ ਤੇ welche Auswirkung kann der Konsum von Cannabisprodukten auf den Fahrer haben? ਕਿਹੜੇ ਅਸਰ ਹੋ ਸਕਦੇ ਨੇ ਜੇ ਕਾਨਾਬਿਸ ਪ੍ਰੋਡਕਟ ਕੋਈ ਵੀ ਆਪਾਂ ਲਏ ਆ ਨਸ਼ੇ ਵਾਲੇ ਜਾਂ ਕਿੱਦਾਂ, ਜਿਨ੍ਹਾਂ ਦਾ ਡਰਾਈਵਰ ਦੇ ਉੱਪਰ ਅਸਰ ਪੈ ਸਕਦਾ ਹੈ। Die Aufmerksamkeit für das Verkehrsgeschehen nimmt ab। ਟ੍ਰੈਫਿਕ ਦੇ ਵਿੱਚ ਕੀ ਚੱਲ ਰਿਹਾ ਆ ਉਹਦੇ 'ਤੇ ਧਿਆਨ ਰੱਖਣਾ ਜਿਹੜਾ ਹੁੰਦਾ ਆ, ਉਹਦੇ ਵਿੱਚ ਕਮੀ ਆ ਜਾਂਦੀ ਹੈ। Die Konzentration auf das Fahren nimmt ab।
ਬਿਲਕੁਲ ਜੀ, ਆਪਾਂ ਕਨਸੈਂਟਰੇਟ ਹੀ ਨਹੀਂ ਕਰ ਪਾਵਾਂਗੇ ਜਦੋਂ ਆਪਾਂ ਕੋਈ ਵੀ ਨਸ਼ਾ ਜਾਂ ਕੋਈ ਇਦਾਂ ਦਾ ਨਸ਼ਾ ਕੀਤਾ ਹੋਇਆ ਜਾਂ ਨਸ਼ੇ ਵਾਲਾ ਪ੍ਰੋਡਕਟ ਖਾਦਾ ਪੀਤਾ ਹੋਇਆ, ਤੇ ਉਹਦੇ ਨਾਲ ਜਿਹੜਾ ਸਾਡਾ ਕਨਸੈਂਟ੍ਰੇਸ਼ਨ ਜਿਹੜਾ ਕਨਸੈਂਟਰੇਸ਼ਨ ਹੈ ਉਹ 'ਤੇ ਵੀ ਫਰਕ ਪਏਗਾ। ਦੀ ਬਲੈਂਡ ਐਮਫਿਨਲਿਸ਼ਕਾਇਤ ਨਿਮਤ ਅਪ, ਇਹ ਨਹੀਂ ਹੁੰਦਾ ਕਿ ਸਾਨੂੰ ਜੇ ਆਪਾਂ ਨਸ਼ਾ ਕੀਤਾ ਹੋਏਗਾ ਤੇ ਸਾਨੂੰ ਹੁਣ ਕੋਈ ਗੱਡੀ ਆ ਰਹੀ ਆ ਜਿਹਦਾ ਚਮਕਾਰਾ ਪਿਆ ਸਾਡੀਆਂ ਲਾਈਟਾਂ ਦਾ ਸਾਡੀਆਂ ਅੱਖਾਂ ਦੇ ਵਿੱਚ, ਤੇ ਉਹ ਹੁਣ ਘੱਟ ਚਮਕਾਰਾ ਪਏਗਾ, ਇਦਾਂ ਨਹੀਂ ਹੋ ਸਕਦਾ, ਤੇ ਇਹ ਨਹੀਂ ਹੈਗਾ। ਤੇ ਇਹ ਸੀਗੇ ਅੱਜ ਦੇ 15 ਸਵਾਲ, ਕਿਉਂਕਿ ਆਪਾਂ ਗਰੁੰਡਸਟੋਫ ਦੇ ਜਿਹੜਾ 178 ਸਵਾਲ ਨੇ ਉਹ ਅੱਜ ਪੂਰੇ ਕਰ ਲਏ ਆ, ਠੀਕ ਹੈ ਜੀ। ਤੇ ਅੱਗੇ ਫਿਰ ਆਪਾਂ ਦੇਖਦੇ ਹਾਂ, ਅਗਲਾ ਕੋਈ ਪਾਰਟ ਸ਼ੁਰੂ ਕਰਾਂਗੇ, ਤੇ ਅਗਲੇ ਪਾਰਟ ਵਿੱਚ ਫਿਰ ਮਿਲਦੇ ਹਾਂ। ਜਿਹੜੇ ਭੈਣ ਭਰਾ ਨਵੇਂ ਆਏ ਸੀ ਚੈਨਲ ਤੇ, ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ, ਤਾਂ ਜੋ ਸਾਡੀਆਂ ਆਉਣ ਵਾਲੀਆਂ ਸਾਰੀਆਂ ਇਨਫੋਰਮੇਟਿਵ ਵੀਡੀਓ, ਸਾਡੇ ਪਾਰਟ ਜਿਹੜੇ ਆ ਥਿਊਰੀ ਨੂੰ ਲੈ ਕੇ ਜਾਂ ਕੋਈ ਵੀ ਸੌਂਗ ਆਉਂਦਾ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰੇ। ਤੇ ਬਾਕੀ ਜੇ ਕੋਈ ਗੁਸਤਾਖੀ ਹੋ ਜਾਂਦੀ ਹੈ, ਤੁਹਾਡਾ ਲਵ ਸਿੰਘ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਹੈ ਜੀ। ਤੇ ਇਸ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਫੋਲੋ ਜ਼ਰੂਰ ਕਰ ਲਿਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੇ ਜਿਉਂਦੇ ਵਸਦੇ ਰਹੋ।